कई कोट खाणी अरखंड, कई कोट आकाश ब्रह्मंड। कई कोट होए अवतार, कई जुगत कीनो विस्तार। कई बार पसर्यो पसार, सदा सदा एक एकंकार। कई कोट कीने बहु भांत, प्रभ ते होए प्रभ माहे समात। ताका अंत न जानै कोय, आपे आप नानक प्रभ सोए। ताका अंत न जानै कोय, आपे आप नानक प्रभ सोए। धन धन सतगुरु श्री गुरु ग्रंथ साहिब जी महाराज सच्चे पातशाह जी दे पाक पवित्र इलाही चरणां दा आओ जी प्यार सत्कार नाल सारे ध्यान धरिए जी। धन धन सतगुरु श्री गुरु अर्जन साहिब जी की बहुत ही प्यारी पावन बाणी सुखमनी साहिब जी की आपां विचार कर रहे हैं। 10वीं अष्टपदी की 7वीं पौड़ी की विचार करन तो पहला गुरु फतेह दे नाल आओ जी प्यार सत्कार नाल सारे सांझ पाइए जी। जितने भी स्रोते वीडियो देख रहे हैं सारिਆਂ ਨੂੰ वाहिगुरु जी का खालसा वाहिगुरु जी की फतेह। अकाल पुरख वाहिगुरु ने जदों इस कायनात नूं साजिया है बनाया है ਤਾਂ ਇਸ ਨੂੰ ਬਣਾਉਣ ਦੇ ਵੱਖ-ਵੱਖ ਵਸੀਲੇ ਤਿਆਰ ਕੀਤੇ ਨੇ। ਜਿਵੇਂ ਅਸੀਂ ਸਾਰੇ ਇਨਸਾਨ ਆ ਤਾਂ ਅਸੀਂ ਸਾਰੇ ਇਨਸਾਨ ਇਨਸਾਨੀ ਤਰੀਕੇ ਨਾਲ ਪੈਦਾ ਹੁੰਨੇ ਆ। ਜਿਵੇਂ ਗੁਰਬਾਣੀ ਵਿੱਚ ਆਖਿਆ ਗਿਆ ਹੈ, ਜਿਉਂ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਅਤੇ ਪਿਤਾ ਦੋਨਾਂ ਦੇ ਸੰਯੋਗ ਨਾਲ, ਦੋਨਾਂ ਦੇ ਮਿਲਾਪ ਨਾਲ ਇਨਸਾਨ ਦਾ ਇੱਕ ਨਵਾਂ ਸਰੀਰ ਤਿਆਰ ਹੁੰਦਾ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ, ਜਿਵੇਂ ਕਿ ਪਾਵਨ ਬਾਣੀ ਵਿੱਚ ਲਿਖਿਆ ਹੋਇਆ ਹੈ। ਤੇ ਨਾਲ ਦੀ ਨਾਲ ਸਾਇੰਸ ਦੇ ਮੁਤਾਬਕ ਵੀ ਆਪਾਂ ਇਹ ਗੱਲ ਕਹਿ ਦਈਏ ਕਿ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਕਿ ਇਨਸਾਨ ਜਿਹੜਾ ਹੈ ਮਾਂ ਅਤੇ ਬਾਪ ਦੋਨਾਂ ਦੇ ਸੰਯੋਗ ਤੋਂ ਬਗੈਰ ਪੈਦਾ ਨਹੀਂ ਹੋ ਸਕਦਾ। ਇਹ ਸੱਚ ਜਾਣਿਓ। ਨੰਬਰ 2 ਆਪਾਂ ਗੱਲ ਕਰਦੇ ਹਾਂ, ਕਰਤਾਰ ਨੇ ਹੋਰ ਕਈ ਵਸੀਲੇ ਬਣਾਏ ਨੇ ਇਸ ਸੰਸਾਰ ਦੇ ਵਿੱਚ ਜੀਵ ਜੰਤੂਆਂ ਨੂੰ ਪੈਦਾ ਕਰਨ ਦੇ ਲਈ। ਜਿਵੇਂ ਅਸੀਂ ਮਾਤਾ ਅਤੇ ਪਿਤਾ ਦੋਨਾਂ ਦੇ ਸੰਯੋਗ ਤੋਂ ਤਿਆਰ ਹੁੰਦੇ ਹਾਂ, ਇਸੇ ਤਰ੍ਹਾਂ ਕੁਝ ਜੀਵ ਪਸੀਨੇ ਤੋਂ ਬਣਦੇ ਨੇ, ਕੁਝ ਜ਼ੇਰ ਤੋਂ ਬਣਦੇ ਨੇ, ਕੁਝ ਜੀਵ ਆਂਡਿਆਂ ਤੋਂ ਪੈਦਾ ਹੁੰਦੇ ਨੇ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਇਹ ਕੁਦਰਤ ਜਿਹੜੀ ਹੈ ਇਹ ਰੰਗ ਬਰੰਗੀ ਹੈ ਅਤੇ ਚੱਲ ਰਹੀ ਹੈ। ਨਿਰੰਕਾਰ ਨੇ ਵੱਖ-ਵੱਖ ਤਰੀਕੇ ਦੇ ਨਾਲ ਇਸ ਕੁਦਰਤ ਨੂੰ ਸਾਜਿਆ ਹੈ ਤੇ ਬਣਾਇਆ ਹੈ, ਔਰ ਉਹਦੇ ਬਣਾਉਣ ਦਾ ਢੰਗ ਤਰੀਕਾ ਬੜਾ ਹੀ ਬੇਸ਼ੁਮਾਰ ਹੈ ਅਤੇ ਕਮਾਲ ਦਾ ਹੈ, ਜਿਹਨੂੰ ਕਿ ਸਮਝਣਾ ਇਨਸਾਨ ਦੀ ਸੋਚ ਅਤੇ ਸਮਝ ਤੋਂ ਬਹੁਤ ਜ਼ਿਆਦਾ ਪਰਾਂ ਹੈ। ਜਿੰਨਾ ਕੁ ਅਸੀਂ ਸ੍ਰਿਸ਼ਟੀ ਦੇ ਬਾਰੇ ਜਾਣਦੇ ਹਾਂ ਬਹੁਤ ਘੱਟ ਜਾਣਦੇ ਹਾਂ, ਲੇਕਿਨ ਅਜੇ ਸ੍ਰਿਸ਼ਟੀ ਕਿੰਨੀ ਵੱਡੀ ਹੋਰ ਹੈ ਇਹ ਸਾਡੀ ਸਮਝ ਤੋਂ ਬਹੁਤ ਪਰਾਂ ਦੀ ਗੱਲ ਹੈ। ਭਾਵੇਂ ਕਿ ਇਨਸਾਨ ਅੱਜ ਬਹੁਤ ਜ਼ਿਆਦਾ ਤਰੱਕੀ ਕਰ ਚੁੱਕਾ ਹੈ, ਪਰ ਜੇਕਰ ਵੇਖਿਆ ਜਾਵੇ ਗੁਰਬਾਣੀ ਦੀ ਨਿਗਾਹ ਤੋਂ ਦੇਖਿਆ ਜਾਵੇ ਤਾਂ ਇਨਸਾਨ ਨੇ ਕੁਝ ਵੀ ਤਰੱਕੀ ਨਹੀਂ ਕੀਤੀ ਹੈ। ਇਨਸਾਨ ਅਜੇ ਤੱਕ ਪਹਿਲੀ ਪੌੜੀ ਤੇ ਪੈਰ ਰੱਖਣ ਜੋਗਾ ਵੀ ਨਹੀਂ ਹੋਇਆ। ਭਾਵੇਂ ਕਿ ਬੰਦਾ ਕਹਿੰਦਾ ਮੈਂ ਬਹੁਤ ਜ਼ਿਆਦਾ ਜਾਣ ਲਿਆ, ਬਹੁਤ ਸਮਝ ਲਿਆ, ਪਰ ਜਦੋਂ ਅਸੀਂ ਉਤਾਂਹ ਨੂੰ ਝਾਤ ਮਾਰ ਕੇ ਵੇਖਦੇ ਹਾਂ, ਆਹ ਜਿਹੜੀ ਨੀਲੀ ਛੱਤ ਸਾਨੂੰ ਦਿਸਦੀ ਹੈ ਨਾ, ਇਹ ਨੀਲਾ ਰੰਗ ਹੈ ਨਹੀਂ ਹੈ। ਇਹ ਨੀਲੇ ਰੰਗ ਦਾ ਕਾਰਨ ਹੀ ਇਹ ਹੈ, ਪਤਾ ਨਹੀਂ ਕਿੰਨਾ ਕੁ ਉਤਾਂਹ ਨੂੰ ਹੋਰ ਤੁਰੇ ਜਾਂਦੇ ਆਪਾਂ ਤੇ ਹੋਰ ਨਿਕਲੀ ਆਉਂਦਾ ਸਾਰਾ ਕੁਝ ਬ੍ਰਹਿਮੰਡ। ਲੇਕਿਨ ਅਸੀਂ ਇੱਕ ਗਲੈਕਸੀ ਵਿੱਚ ਰਹਿ ਕੇ, ਇੱਕ ਛੋਟੀ ਜਿਹੀ ਧਰਤੀ ਉੱਤੇ ਰਹਿ ਕੇ, ਜਿਹੜੀ ਕਿ ਆਪ ਖੁਦ ਆਕਾਸ਼ ਵਿੱਚ ਘੁੰਮ ਰਹੀ ਹੈ, ਅਸੀਂ ਸਮਝਦੇ ਹਾਂ ਆਪਾਂ ਸਾਰੀ ਦੁਨੀਆ ਨੂੰ ਪਾਲਿਆ। ਇਨਸਾਨ ਖੋਜ ਕਰਿਆ, ਬਹੁਤ ਵਧੀਆ ਗੱਲ ਹੈ, ਪਰ ਜਿੰਨਾ ਗਾਂਹ ਖੋਜੀ ਜਾਵੇਗਾ ਓਨਾ ਹੀ ਨਿਰੰਕਾਰ ਮਹਾਨ ਹੋਈ ਜਾਣਾ, ਵੱਡਾ ਹੋਈ ਜਾਣਾ। ਇਹ ਗੱਲ ਨੂੰ ਮੈਂ ਕਿਉਂ ਤੁਹਾਨੂੰ ਦੱਸ ਰਿਹਾ ਹਾਂ? ਇਸ ਲਈ ਦੱਸ ਰਿਹਾ ਹਾਂ ਕਿ ਭਾਈ ਕਦੇ ਹੰਕਾਰ ਵਿੱਚ ਨਾ ਆਇਓ। ਵਾਹਿਗੁਰੂ ਬਹੁਤ ਵੱਡਾ ਹੈ, ਬਹੁਤ ਮਹਾਨ ਹੈ, ਅਸੀਂ ਬਹੁਤ ਛੋਟੇ ਹਾਂ। ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ, ਜਪਜੀ ਸਾਹਿਬ ਜਿਹੜੀ ਕਿ ਸਿੱਖ ਦੀ ਮਾਂ ਹੈ ਪਿਆਰਿਓ, ਸਾਡੀ ਮੁੱਢ ਹੈ, ਸਾਡਾ ਇੱਕ ਧੁਰਾ ਹੈ, ਸਾਡੀਆਂ ਜੜ੍ਹਾਂ ਨੇ ਜਪਜੀ ਸਾਹਿਬ। ਜਪਜੀ ਸਾਹਿਬ ਤੋਂ ਹੀ ਸਾਡੀ ਸ਼ੁਰੂਆਤ ਹੋਣੀ ਹੈ। ਇਸ ਲਈ ਮੈਂ ਹਮੇਸ਼ਾ ਕਿਹਾ ਕਰਦਾ, ਸਿੱਖੋ ਹਮੇਸ਼ਾ ਜਪਜੀ ਸਾਹਿਬ ਕਰਿਆ ਕਰੋ, ਰੋਜ਼ਾਨਾ ਜਪਜੀ ਸਾਹਿਬ ਕਰਿਆ ਕਰੋ। ਜਪਜੀ ਸਾਹਿਬ ਵਿੱਚ ਬਹੁਤ ਕੁਝ ਹੈ। ਜਦੋਂ ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ ਨੂੰ ਤੇ ਬਾਕੀ ਬਾਣੀਆਂ ਸਾਨੂੰ ਵਿਆਖਿਆ ਰੂਪ ਵਿੱਚ ਨਜ਼ਰ ਆਉਂਦੀਆਂ ਨੇ। ਗੁਰੂ ਨਾਨਕ ਸਾਹਿਬ ਨੇ ਜਦੋਂ ਹੁਕਮੇ ਦੀ ਗੱਲ ਆਖੀ ਤੇ ਅਖੀਰ ਦੀਆਂ ਇੱਕ ਗੱਲਾਂ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੀ। ਅਖੀਰ ਵਿੱਚ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਸ ਗੱਲ ਨੂੰ ਪੱਲੇ ਬੰਨਿਓ। ਸਤਿਗੁਰੂ ਨੇ ਕਿਹਾ ਸੀ ਸਾਰਾ ਸੰਸਾਰ ਹੁਕਮ ਵਿੱਚ ਪੈਦਾ ਹੋ ਰਿਹਾ, ਉਸ ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਜਿਹੜੀ ਕਿ ਗੱਲ ਮੈਂ ਆਪ ਜੀ ਦੇ ਚਰਨਾਂ 'ਚ ਰੱਖ ਰਿਹਾ। ਅਖੀਰ 'ਚ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪਿਆਰਿਓ ਇਹ ਗੱਲ ਯਾਦ ਰੱਖਿਓ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁੱਝੈ। ਜਿਹੜਾ ਬੰਦਾ ਇਸ ਗੱਲ ਨੂੰ ਬੁੱਝ ਲਏ, ਉਹਦੇ ਹੁਕਮ ਨੂੰ ਸਮਝ ਲਏ ਥੋੜ੍ਹਾ ਬਹੁਤਾ, ਤਾਂ ਹਉਮੈ ਕਹੇ ਨਾ ਕੋਈ, ਤਾਂ ਉਹ ਹਉਮੈ ਦੀਆਂ ਗੱਲਾਂ ਨਹੀਂ ਕਰਦਾ।
क्योंकि बंदा हौमै ते हंकार दियां उदों गल्लां करदा जदों बंदा अपने आप नूं वड्डा जाणदा, ਜਦੋਂ ਆਪਣੇ ਆਪ ਨੂੰ ਮਹਾਨ ਜਾਣਦਾ, ਜਦੋਂ ਉਹਨੂੰ ਇਹ ਦਿਸਦਾ ਹੈ ਵੀ ਉਹ ਬਹੁਤ ਵੱਡਾ ਹੈ, ਮਹਾਨ ਹੈ, ਫਿਰ ਬੰਦਾ ਉਜੱਡਪੁਣੇ ਦੀਆਂ, ਹਉਮੈ ਦੀਆਂ ਤੇ ਹੰਕਾਰ ਵਾਲੀਆਂ ਗੱਲਾਂ ਨਹੀਂ ਕਰਦਾ। ਇੱਕ ਗੱਲ ਮੈਂ ਹੋਰ ਕਹਿ ਦੇਵਾਂ ਪਿਆਰਿਓ, ਆਪਾਂ ਇਹ ਸੋਚ ਕੇ ਮਤ ਬਹਿ ਜਾਈਏ ਵੀ ਸਾਡੀ ਸੋਚ ਮੁਤਾਬਕ ਆਹ ਸਹੀ ਹੈ ਤੇ ਸਾਡੀ ਸੋਚ ਮੁਤਾਬਕ ਆਹ ਗਲਤ ਹੈ। ਇਹ ਜ਼ਰੂਰੀ ਨਹੀਂ। ਜਿਸ ਗੱਲ ਨੂੰ ਸਾਡੀ ਸੋਚ ਗਲਤ ਕਹਿ ਰਹੀ ਹੈ, ਹੋ ਸਕਦਾ ਉਹ ਗੱਲ ਸਹੀ ਹੋਵੇ, ਪਰ ਆਪਾਂ ਆਪਣੀ ਸੋਚ ਦਾ ਦਾਇਰਾ ਇੱਕ ਬਣਾ ਕੇ ਚੱਲਿਆ ਕਿ ਨਹੀਂ ਜੀ ਸਾਡੀ ਸੋਚ ਦਾ ਦਾਇਰਾ ਆਹ ਹੈ। ਜਿਵੇਂ ਮੈਂ ਇੱਕ ਦਿਨ ਪਹਿਲਾਂ ਵੀ ਸ਼ੇਖ ਸ਼ਾਇਦੀ ਦੀ ਗੱਲ ਸਾਂਝੀ ਕੀਤੀ ਸੀ ਕਿ ਸ਼ਾਇਦੀ ਸਾਹਿਬ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਵੀ ਇੱਕ ਬੱਚਾ ਜਿਹੜਾ ਉਹ ਇੱਕ ਗਲਾਸ ਵਿੱਚ ਸਮੁੰਦਰ ਨੂੰ ਪਾਉਣਾ ਚਾਹੁੰਦਾ ਸੀ, ਪਰ ਉਹ ਸਮੁੰਦਰ ਵਿੱਚ ਗਲਾਸ ਨੂੰ ਪਰ ਉਹ ਆਪਣੇ ਗਲਾਸ ਵਿੱਚ ਸਮੁੰਦਰ ਨੂੰ ਕੈਦ ਨਾ ਕਰ ਸਕਿਆ। ਹੋਇਆ ਕਿ ਸ਼ਾਇਦੀ ਸਾਹਿਬ ਨੇ ਉਸ ਬੱਚੇ ਨੂੰ ਕਿਹਾ, ਪੁੱਤਰਾ ਰੋ ਕਿਉਂ ਰਿਹਾ? ਉਹ ਕਹਿੰਦਾ ਇਹ ਸਮੁੰਦਰ ਮੇਰੇ ਭਾਂਡੇ 'ਚ ਨਹੀਂ ਪੈਂਦਾ। ਤੇ ਸ਼ਾਇਦੀ ਜੀ ਨੇ ਉਸੇ ਟਾਈਮ ਆਪਣੇ ਦਿਮਾਗ 'ਚ ਸੋਚਿਆ, ਮੈਂ ਵੀ ਤਾਂ ਇਹੀ ਸਮਝ ਰਿਹਾ ਵੀ ਮੇਰੀ ਸੋਚ ਦੇ ਭਾਂਡੇ 'ਚ ਏਡਾ ਵੱਡਾ ਵਿਸ਼ਾਲ ਪਰਮਾਤਮਾ ਪੈ ਜਾਏ। ਉਸ ਭਾਂਡੇ ਨੂੰ ਪੁੱਤਰਾ ਤੂੰ ਸਮੁੰਦਰ ਵਿੱਚ ਸੁੱਟ ਦੇ, ਸਾਰਾ ਸਮੁੰਦਰ ਹੀ ਇਸ ਭਾਂਡੇ ਦਾ ਹੋ ਜਾਏਗਾ। ਜਦੋਂ ਅਸੀਂ ਆਪਣੀ ਸੋਚ ਨੂੰ ਨਿਰੰਕਾਰ ਵਿੱਚ ਸੁੱਟਦੇ ਹਾਂ, ਉਹਦੇ ਚਰਨਾਂ 'ਚ ਅਰਪਣ ਕਰਦੇ ਹਾਂ, ਅਸੀਂ ਨਿਰੰਕਾਰ ਦਾ ਰੂਪ ਹੋ ਜਾਂਦੇ ਹਾਂ। ਜਦੋਂ ਆਪਾਂ ਸੋਚਦੇ ਹਾਂ ਕਿ ਨਹੀਂ ਅਸੀਂ ਸਭ ਕੁਝ ਪਾ ਲਿਆ, ਸਭ ਕੁਝ ਸਮਝ ਲਿਆ, ਇਹ ਉਜੱਡਪੁਣਾ ਹੁੰਦਾ ਹੈ। ਇਹ ਹੰਕਾਰ ਅਤੇ ਮੂਰਖਤਾ ਵਾਲੀਆਂ ਗੱਲਾਂ ਹੁੰਦੀਆਂ ਨੇ। ਬਹੁਤ ਕੁਝ ਐਸਾ ਹੈ ਜੋ ਸਾਡੀ ਸਮਝ, ਸਾਡੀ ਸੋਚ ਤੋਂ ਪਰਾਂ ਹੈ। ਸੋ ਸੁਖਮਨੀ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਨੇ ਇਹੀ ਬਾਤਾਂ ਸਾਡੇ ਪੱਲੇ ਪਾਈਆਂ ਨੇ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਹੜੀ ਅੱਜ 7ਵੀਂ ਅਸ਼ਟਪਦੀ ਹੈ, ਜਿਹਦੀ ਆਪਾਂ ਵਿਚਾਰ ਆਰੰਭ ਕਰਨ ਲੱਗੇ ਹਾਂ, ਇਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਨੇ ਆਖਿਆ, ਕਈ ਕੋਟ ਖਾਣੀ ਅਰਖੰਡ। ਅਕਾਲ ਪੁਰਖ ਵਾਹਿਗੁਰੂ ਨੇ ਇਸ ਕਾਇਨਾਤ ਦੀ ਸਿਰਜਣਾ ਦੇ ਲਈ, ਜਿਹੜੀ ਕਿ ਕਾਇਨਾਤ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਕਰੋੜਾਂ ਕਈ ਕੋਟ ਖਾਣੀ ਅਰਖੰਡ। ਖਾਣੀ ਵੈਸੇ ਜੇ ਵੇਖਿਆ ਜਾਵੇ ਤਾਂ ਹਿੰਦੂ ਮਤ 4 ਖਾਣੀਆਂ 4 ਬਾਣੀਆਂ ਦਾ ਜ਼ਿਕਰ ਕਰਦਾ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਈ ਕੋਟਾਂ ਦਾ ਜ਼ਿਕਰ ਕਰਦੇ ਆ, ਭਾਵ ਗੁਰੂ ਅਰਜਨ ਸਾਹਿਬ ਵਿਸ਼ਾਲਤਾ ਦਾ ਜ਼ਿਕਰ ਕਰਦੇ ਆ। ਇਸ ਤਰ੍ਹਾਂ 84 ਲੱਖ ਦੀ ਬਜਾਏ ਗੁਰੂ ਗ੍ਰੰਥ ਸਾਹਿਬ 'ਚ ਕਈ ਕੋਟ ਜਾਂ ਅਸੰਖ ਸ਼ਬਦ ਵਰਤਿਆ ਗਿਆ ਕਿ ਉਸ ਨਿਰੰਕਾਰ ਦੀ ਬਣਾਈ ਕੁਦਰਤ ਨੂੰ ਆਪਾਂ ਗਿਣਤੀਆਂ ਮਿੰਤੀਆਂ ਦੇ ਦਾਇਰੇ 'ਚ ਨਹੀਂ ਰੱਖਣਾ, ਉਹ ਬਹੁਤ ਵਿਸ਼ਾਲ ਹੈ। ਹੁਣ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਕਈ ਕੋਟ ਖਾਣੀ ਅਰਖੰਡ। ਅਕਾਲ ਪੁਰਖ ਵਾਹਿਗੁਰੂ ਨੇ ਕਈ ਕਰੋੜਾਂ ਖੰਡ ਤੇ ਕਈ ਕਰੋੜਾਂ ਹੀ ਖਾਣੀਆਂ, ਜਿਨ੍ਹਾਂ ਦੇ ਰਾਹੀਂ ਜੀਵਾਂ ਨੂੰ ਪੈਦਾ ਕੀਤਾ ਜਾਂਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੇ ਤਿਆਰ ਕੀਤੀਆਂ ਨੇ। ਪਰ ਜੇਕਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਜੀਵਾਂ ਦੇ ਵਸੀਲੇ ਦੀਆਂ 4 ਖਾਣੀਆਂ ਮਿੱਥੀਆਂ ਗਈਆਂ ਨੇ, ਉਹ ਮੈਂ ਤੁਹਾਡੇ ਸਨਮੁਖ ਰੱਖ ਦੇਣਾ। ਅੰਡਜ, ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ। ਜੇਰਜ, ਜੇਰ ਤੋਂ ਪੈਦਾ ਹੋਣ ਵਾਲੇ ਜੀਵ। ਸੇਤਜ, ਮੁੜਕੇ ਅਤੇ ਪਸੀਨੇ ਆਦਿਕ ਤੋਂ ਪੈਦਾ ਹੋਣ ਵਾਲੇ ਜੀਵ। ਉਤਪੁਜ, ਪਾਣੀ ਦੀ ਰਾਹੀਂ ਧਰਤੀ ਵਿੱਚੋਂ ਪੈਦਾ ਹੋਣ ਵਾਲੇ ਜੀਵ। ਇਹ 4 ਖਾਣੀਆਂ ਦਾ ਜ਼ਿਕਰ ਕੀਤਾ ਗਿਆ। ਪਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੇ 9 ਖੰਡ ਜਾਂ 4 ਖਾਣੀਆਂ ਨਹੀਂ ਸਾਜੀਆਂ, ਪਤਾ ਨਹੀਂ ਕਿੰਨੇ ਘੋਰ ਤਰੀਕੇ ਹੈ ਜਿਨ੍ਹਾਂ ਦੇ ਰਾਹੀਂ ਕਾਇਨਾਤ ਬਣ ਰਹੀ ਹੈ। ਇਹ ਗੱਲ ਮੈਂ ਦੱਸ ਦੇਵਾਂ ਪਿਆਰਿਓ, ਗੁਰੂ ਅਰਜਨ ਸਾਹਿਬ ਨੇ ਕਿਰਪਾ ਕਰਕੇ ਇਹ ਸਮਝਾਇਆ, ਪਿਆਰਿਆ ਨਿਰੰਕਾਰ ਅਕਾਲ ਪੁਰਖ ਬਹੁਤ ਵੱਡਾ ਹੈ, ਬੇਸ਼ੁਮਾਰ ਹੈ। ਇਸ ਲਈ ਉਹਦੇ ਪੈਦਾ ਕਰਨ ਦੇ ਵਸੀਲਿਆਂ ਨੂੰ ਗਿਣਤੀਆਂ ਮਿੰਤੀਆਂ ਤੋਂ ਬਾਹਰ ਜਾ ਕੇ ਦੇਖ। ਤੂੰ ਇਸ ਧਰਤੀ 'ਤੇ ਰਹਿਣਾ, ਤੂੰ ਇਹ ਸੋਚਦਾ ਵੀ ਇਸ ਧਰਤੀ 'ਤੇ ਵਾਹਿਗੁਰੂ ਇੱਦਾਂ ਪੈਦਾ ਕਰਿਆ। ਗੁਰੂ ਅਰਜਨ ਸਾਹਿਬ ਕਹਿੰਦੇ ਕਰੋੜਾਂ ਹੀ ਤਰੀਕੇ ਨੇ ਹੋਰ ਪੈਦਾ ਕਰਨ ਦੇ ਮਾਲਕ ਦੇ। ਆਪਾਂ ਤਾਂ ਛੋਟੀ ਧਰਤੀ 'ਤੇ ਰਹਿੰਦੇ ਹਾਂ ਅਤੇ ਗੁਰਬਾਣੀ ਪੂਰੇ ਬ੍ਰਹਿਮੰਡ ਦਾ ਜ਼ਿਕਰ ਕਰਦੀ ਹੈ, ਪੂਰੇ ਬ੍ਰਹਿਮੰਡ ਦੀ ਗੱਲ ਕਰਦੀ ਹੈ। ਸੋ ਪਰਮਾਤਮਾ ਦੀ ਕੁਦਰਤ ਨੂੰ ਸੁੰਗੜ ਕੇ ਜਾਂ ਸੁੰਗੇੜ ਕੇ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ। ਉਹ ਵਿਸ਼ਾਲ ਹੈ, ਉਹਨੂੰ ਵਿਸ਼ਾਲਤਾ ਨਾਲ ਵੇਖਣਾ। ਕਈ ਕੋਟ ਆਕਾਸ਼ ਬ੍ਰਹਿਮੰਡ, ਕਰੋੜਾਂ ਹੀ ਆਕਾਸ਼ ਨੇ, ਕਰੋੜਾਂ ਹੀ ਬ੍ਰਹਿਮੰਡ ਨੇ ਅਤੇ ਕਰੋੜਾਂ ਹੀ ਜੀਵ ਨੇ ਜਿਹੜੇ ਉਹਨਾਂ ਦੇ ਵਿੱਚ ਰਹਿ ਰਹੇ ਨੇ। ਕਰਤੀ ਨਾ ਕਮਾਲ ਦੀ ਗੱਲ। ਆਪਾਂ ਏਲੀਅਨ ਦੀ ਗੱਲ ਕਰਦੇ ਹਾਂ, ਏਲੀਅਨ ਕਿ ਏਲੀਅਨ ਭਾਵੇਂ ਕਿ ਕਿਸੇ ਨੇ ਨਹੀਂ ਵੇਖੇ ਅੱਜ ਤੱਕ, ਪਤਾ ਨਹੀਂ ਹੋਣ ਜਾਂ ਨਾ ਹੋਣ, ਪਰ ਜੇ ਗੁਰਬਾਣੀ ਨੂੰ ਵੇਖਿਆ ਜਾਵੇ, ਲੋਕਾਂ ਦੇ ਮੁਤਾਬਕ ਮੈਂ ਗੱਲ ਕਹਾਂ, ਗੁਰਬਾਣੀ ਨੂੰ ਪੜ੍ਹੀਏ ਤਾਂ ਗੁਰਬਾਣੀ ਮੰਨਦੀ ਵੀ ਏਲੀਅਨ ਹੈ, ਭਾਵ ਕਿ ਦੂਸਰੇ ਜਿਹੜੇ ਗ੍ਰਹਿ ਨੇ ਇਸ ਕਾਇਨਾਤ ਦੇ, ਉਹਨਾਂ 'ਚ ਜੀਵ ਵੱਸਦੇ ਨੇ। ਹੋ ਸਕਦਾ ਸਾਡੇ ਤੋਂ ਵਧੀਆ ਵੱਸਦੇ ਹੋਣ, ਸਾਡੇ ਨਾਲੋਂ ਵਧੀਆ ਉਹਨਾਂ ਦੀ ਲਾਈਫ ਹੋਵੇ, ਵਧੀਆ ਸਟਾਈਲ ਹੋਵੇ ਜ਼ਿੰਦਗੀ ਜਿਉਣ ਦਾ, ਸਾਡੇ ਨਾਲੋਂ ਵਧੀਆ ਉਹਨਾਂ ਦੀ ਜਿਹੜੀ ਹੈ ਉਹ ਤਰੱਕੀ ਹੋਵੇ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹੈ ਏਲੀਅਨ ਵੀ ਹੈ, ਭਾਵ ਕਿ ਵੱਖਰੀਆਂ ਧਰਤੀਆਂ ਵਿੱਚ ਵੱਖਰੇ ਜੀਵ ਵੱਸਦੇ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਬਣਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਕੇ ਕਹਿੰਦੇ ਨੇ, ਕਈ ਕੋਟ ਹੋਏ ਅਵਤਾਰ, ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਨੇ।
ਉਹਨਾਂ ਧਰਤੀਆਂ ਦੇ ਵਿੱਚ ਅਵਤਾਰ ਲੈ ਰਹੇ ਨੇ। ਕਈ ਜੁਗਤ ਕੀਨੋ ਵਿਸਤਾਰ ਤੇ ਕਈ ਤਰੀਕਿਆਂ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਇਸ ਜਗਤ ਦੀ ਰਚਨਾ ਕੀਤੀ ਹੈ। ਦੁਨੀਆ ਨੂੰ ਬਣਾਉਣ ਦਾ ਤਰੀਕਾ ਵੀ ਇੱਕ ਨਹੀਂ ਹੈ, ਸੰਸਾਰ ਨੂੰ ਬਣਾਉਣ ਦਾ ਵੀ ਤਰੀਕਾ ਇੱਕ ਨਹੀਂ ਹੈ। ਦੁਨੀਆ ਨੂੰ ਬਣਾਉਣ ਦੇ ਕਈ ਤਰੀਕੇ ਨੇ ਉਸ ਨਿਰੰਕਾਰ ਦੇ, ਉਸ ਵਾਹਿਗੁਰੂ ਦੇ, ਜਿਨ੍ਹਾਂ ਤਰੀਕਿਆਂ ਦੇ ਨਾਲ ਬਾਪੂ ਜੀ ਕਹਿੰਦੇ ਨੇ ਕਿ ਨਿਰੰਕਾਰ ਆਪਣੀ ਇਸ ਕੁਦਰਤ ਨੂੰ ਬਣਾ ਰਿਹਾ ਹੈ, ਤਿਆਰ ਕਰ ਰਿਹਾ ਹੈ। ਕਈ ਵਾਰ ਪਸਰਿਓ ਪਸਾਰ, ਫਿਰ ਇਹ ਵੀ ਗੱਲ ਕਹੀ ਕਿ ਇੱਕ ਵਾਰ ਨਹੀਂ, ਜਗਤ ਦੀ ਰਚਨਾ ਕਈ ਵਾਰ ਹੋਈ ਹੈ। ਤੇ ਨਾਲ ਮੈਂ ਇਹ ਵੀ ਕਹਿ ਦੇਵਾਂ ਕਿ ਇਸ ਸੰਸਾਰ ਦੀ, ਇਸ ਜਗਤ ਦੀ ਰਚਨਾ ਤਾਂ ਕਈ ਵਾਰ ਹੋ ਵੀ ਰਹੀ ਹੈ। ਨਾਲੋਂ ਨਾਲ ਸੰਸਾਰ ਉਜੜਦਾ, ਨਾਲੋਂ ਨਾਲ ਸੰਸਾਰ ਬਣ ਰਿਹਾ। ਪੱਤੇ ਜੇ ਡਿੱਗਣ ਨਾ, ਨਵੇਂ ਕਿੱਦਾਂ ਆਉਣਗੇ? ਪੁਰਾਣੇ ਜੇ ਜਾਣ ਨਾ, ਨਵੇਂ ਕਿੱਦਾਂ ਆਉਣਗੇ? ਇਸ ਲਈ ਸਾਡੇ ਘਰ ਵਿੱਚ ਜਦੋਂ ਔਲਾਦ ਪੈਦਾ ਹੁੰਦੀ ਹੈ, ਆਪਾਂ ਕਿਉਂ ਖੁਸ਼ ਹੁੰਦੇ ਹਾਂ? ਕਿਉਂਕਿ ਸਾਡਾ ਜਾਣ ਦਾ ਟਾਈਮ ਆ ਰਿਹਾ ਹੁੰਦਾ, ਬੱਚੇ ਵੱਡੇ ਹੋ ਰਹੇ ਹੁੰਦੇ ਨੇ, ਫਿਰ ਉਹ ਵੱਡੇ ਹੁੰਦੇ ਨੇ, ਉਹਨਾਂ ਦੇ ਵਿਆਹ ਕਰਦੇ ਆ, ਫਿਰ ਉਹਨਾਂ ਤੋਂ ਹੋਰ ਬੱਚੇ ਪੈਦਾ ਹੁੰਦੇ ਨੇ। ਇਸੇ ਤਰ੍ਹਾਂ ਹੀ ਸੰਸਾਰ ਚੱਲ ਰਿਹਾ, ਦੁਨੀਆ ਕੰਟੀਨਿਊ ਚੱਲ ਰਹੀ ਹੈ, ਪ੍ਰੋਪਰ ਤੌਰ 'ਤੇ ਨਹੀਂ ਉਜੜਦੀ, ਕੰਟੀਨਿਊ ਚੱਲ ਰਹੀ ਹੈ ਦੁਨੀਆ। ਪਰ ਭਲਿਓ ਇਸ ਤਰ੍ਹਾਂ ਹੀ ਕੋਈ ਜੰਮਦਾ, ਕੋਈ ਮਰਦਾ, ਕੋਈ ਜੰਮਦਾ, ਕੋਈ ਮਰਦਾ। ਜਦੋਂ ਕੋਈ ਜਨਮ ਲਵੇ ਇਸ ਧਰਤੀ ਤੇ, ਆਪਾਂ ਖੁਸ਼ੀ ਕਿਉਂ ਮਨਾਉਂਦੇ ਹਾਂ? ਇਸ ਲਈ ਮਨਾਉਂਦੇ ਹਾਂ ਕਿ ਅਸੀਂ ਵੰਸ਼ ਗਾਂ ਤੋੜ ਦਿੱਤੀ, ਇਸ ਕੁਦਰਤ ਨੂੰ ਚਲਾਉਣ ਦੇ ਵਿੱਚ ਅਸੀਂ ਕੋਈ ਨਾ ਕੋਈ ਹਿੱਸਾ ਪਾਇਆ, ਯੋਗਦਾਨ ਪਾਇਆ। ਸੋ ਬੱਚੇ ਜਿਹੜੇ ਨੇ ਇਹ ਜ਼ਰੂਰੀ ਨੇ। ਖਾਸ ਤੌਰ 'ਤੇ ਮੈਂ ਆਪਣੀ ਕੌਮ ਦੀ ਗੱਲ ਕਹਾਂਗਾ ਕਿ ਸਾਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਿਰੰਕਾਰ ਇਸ ਕੁਦਰਤ ਨੂੰ ਬੜੇ ਵਧੀਆ ਤਰੀਕੇ ਨਾਲ ਚਲਾਉਂਦਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਮਰਨਾ ਚੱਲ ਰਿਹਾ ਹੈ। ਇੱਕ ਇਹ ਵੀ ਮੈਂ ਗੱਲ ਕਹਿ ਦੇਵਾਂ ਕਿ ਆਵਾਗਾਉਣ ਜਿਹੜਾ ਹੈ, ਆਉਣ ਜਾਣ ਦਾ ਜਿਹੜਾ ਚੱਕਰ ਹੈ, ਇਹ ਦੁਨੀਆ ਦੀ ਸੁੰਦਰਤਾ ਦਾ ਪ੍ਰਤੀਕ ਹੈ। ਜੰਮਣ ਮਰਨ ਦਾ ਜਿਹੜਾ ਚੱਕਰ ਪ੍ਰਮਾਤਮਾ ਨੇ ਬਣਾਇਆ, ਇਹਦੇ ਨਾਲ ਦੁਨੀਆ ਜਿਹੜੀ ਹੈ ਇਹ ਖੂਬਸੂਰਤ ਲੱਗਦੀ ਹੈ। ਬਜ਼ੁਰਗ ਹੋ ਜਾਣ ਸਾਰੇ, ਜਾਣ ਹੀ ਨਾ ਦੁਨੀਆ ਤੋਂ, ਕਿੱਦਾਂ ਲੱਗੇਗੀ ਦੁਨੀਆ? ਕਿੱਦਾਂ ਲੱਗੇਗਾ ਸੰਸਾਰ? ਮਾੜਾ ਹੀ ਲੱਗੇਗਾ ਨਾ। ਇਸ ਲਈ ਸਾਰਿਆਂ ਦਾ ਆਉਣ ਦਾ ਟਾਈਮ ਤੇ ਸਾਰਿਆਂ ਦਾ ਜਾਣ ਦਾ ਟਾਈਮ ਪ੍ਰਮਾਤਮਾ ਨੇ ਬੱਧਾ ਹੀ ਹੋਇਆ। ਸੋ ਸੰਸਾਰ ਜਿਹੜਾ ਆਉਣ ਜਾਣ ਦੇ ਚੱਕਰ ਵਿੱਚ ਬੜਾ ਸੋਹਣਾ ਲੱਗ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੱਲਾ ਇਨਸਾਨਾਂ ਦਾ ਨਹੀਂ, ਆਹ ਕੁਦਰਤ ਦੇ ਬਾਕੀ ਜੀਵਾਂ ਦਾ ਵੀ ਇਹੀ ਸਿਸਟਮ ਬੱਧਾ ਹੋਇਆ। ਪਸ਼ੂਆਂ ਦਾ, ਪੰਛੀਆਂ ਦਾ, ਫੁੱਲਾਂ ਦਾ, ਪੱਤਿਆਂ ਦਾ, ਸਾਰਿਆਂ ਦਾ ਹੀ ਪਰਮਾਤਮਾ ਨੇ ਸਿਸਟਮ ਜਿਹੜਾ ਨਾ ਬੱਧਾ ਹੋਇਆ। ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕੰਕਾਰ। ਪਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਹਮੇਸ਼ਾ ਇੱਕ ਰਹਿੰਦਾ। ਕੁਦਰਤ ਬਣ ਰਹੀ ਹੈ, ਉਜੜ ਰਹੀ ਹੈ, ਜੀਵ ਜੰਮ ਰਹੇ ਨੇ, ਮਰ ਰਹੇ ਨੇ, ਲੇਕਿਨ ਨਿਰੰਕਾਰ ਵਾਹਿਗੁਰੂ ਇੱਕ ਰਹਿੰਦਾ ਹਮੇਸ਼ਾ। ਭਾਵ ਕਿ ਉਹੀ ਸਮੇਟਦਾ ਤੇ ਉਹੀ ਖਿਲਾਰਦਾ ਇਸ ਕਾਇਨਾਤ ਦਾ। ਇਹ ਵੀ ਮੈਂ ਗੱਲ ਕਹਿ ਦੇਵਾਂ ਕਿ ਨਿਰੰਕਾਰ ਨੂੰ, ਵਾਹਿਗੁਰੂ ਨੂੰ ਆਪ ਕਿਸੇ ਅਵਤਾਰ ਰੂਪ ਦੇ ਵਿੱਚ ਉਤਰ ਕੇ ਇਸ ਸੰਸਾਰ ਵਿੱਚ ਆਉਣ ਦੀ ਲੋੜ ਨਹੀਂ ਪੈਂਦੀ ਹੈ, ਕਿਉਂਕਿ ਨਿਰੰਕਾਰ ਮਹਾਨ ਹੈ, ਉਹਦੀ ਕੁਦਰਤ ਮਹਾਨ ਹੈ। ਉਹ ਬੜੇ ਵਧੀਆ ਢੰਗ ਤਰੀਕੇ ਨਾਲ ਇਸ ਕਾਇਨਾਤ ਨੂੰ ਚਲਾ ਰਿਹਾ। ਇੱਕ ਹੋਰ ਸਮਝਣ ਵਾਲੀ ਗੱਲ ਇਹ ਹੈ, ਵਾਹਿਗੁਰੂ ਦਾ ਜਿਹੜਾ ਹੁਕਮ ਹੈ, ਕਾਨੂੰਨ ਹੈ, ਉਹ ਬਾਰ-ਬਾਰ ਨਹੀਂ ਬਣਦਾ ਜਾਂ ਬਾਰ-ਬਾਰ ਬਦਲਦਾ ਨਹੀਂ ਹੈ। ਇਹ ਨਹੀਂ ਵੀ ਪਰਮਾਤਮਾ ਬਣਾਉਂਦਾ ਹੈ ਤੇ ਫਿਰ ਬਦਲਦਾ ਹੈ। ਵਾਹਿਗੁਰੂ ਨੇ ਜਦੋਂ ਕਾਇਨਾਤ ਨੂੰ ਸਾਜਿਆ, ਉਸੇ ਟਾਈਮ ਉਹਨੇ ਇੱਕ ਹੁਕਮ, ਇੱਕ ਕਾਨੂੰਨ, ਇੱਕ ਨਿਯਮ ਬਣਾਇਆ। ਸਾਡੇ ਪੈਦਾ ਹੋਣ ਦਾ, ਸਾਡੇ ਮਰਨ ਦਾ, ਸਰੀਰ ਨਾਸ ਹੋਣ ਦਾ, ਸਾਡੇ ਚੱਲਣ ਦਾ, ਖਾਣ ਪੀਣ ਦਾ, ਸਾਰਾ ਕੁਝ। ਦੇਖੋ, ਜਿਹੜੀ ਖੁਰਾਕ ਆਪਾਂ ਖਾਂਦੇ ਹਾਂ, ਪਸ਼ੂ ਨਹੀਂ ਖਾਂਦੇ। ਜਿਹੜੀ ਪਸ਼ੂ ਖਾਂਦੇ ਉਹ ਆਪਾਂ ਨਹੀਂ ਖਾਂਦੇ। ਜਿੱਦਾਂ ਦਾ ਸਾਡੇ ਸਰੀਰ ਦਾ ਸਿਸਟਮ ਹੈ, ਉਹ ਪੰਛੀਆਂ ਦਾ, ਪਸ਼ੂਆਂ ਦਾ, ਜਾਨਵਰਾਂ ਦਾ ਨਹੀਂ ਹੈ, ਸਾਡਾ ਵੱਖਰਾ। ਸੋਚਣ ਵਾਲੀ ਗੱਲ ਹੈ, ਨਿਰੰਕਾਰ ਨੇ ਕਿਹੜੇ ਤਰੀਕੇ ਨਾਲ ਕਾਇਨਾਤ ਨੂੰ ਸਾਜਿਆ, ਕਿਹੜੇ ਤਰੀਕੇ ਨਾਲ ਬਣਾਇਆ। ਉਹ ਵਾਹਿਗੁਰੂ ਦੀ ਜਿਹੜੀ ਕੁਦਰਤ ਹੈ, ਉਹ ਉਹਦਾ ਨਿਯਮ ਹੈ। ਸੋ ਜਿਵੇਂ ਦੇਸ਼ ਨੇ ਵੱਖ-ਵੱਖ, ਉਹਨਾਂ ਦੇ ਵੱਖੋ ਵੱਖਰੇ ਕਾਨੂੰਨ ਹੁੰਦੇ ਨੇ, ਮਾੜੇ ਵੀ ਬਣਾ ਦਿੰਦੇ ਨੇ, ਫਿਰ ਲੋਕਾਂ ਦੇ ਵਿਰੋਧ ਦੇ ਬਾਵਜੂਦ ਉਹਨਾਂ ਨੂੰ ਬਦਲਣੇ ਵੀ ਪੈਂਦੇ। ਲੇਕਿਨ ਨਿਰੰਕਾਰ ਜਿਹੜਾ, ਉਹਦਾ ਕਾਨੂੰਨ ਕਮਾਲ ਦਾ ਹੈ। ਇੱਕੋ ਵਾਰੀ ਬਣਾਇਆ, ਉਹਨੂੰ ਬਦਲਣ ਦੀ ਲੋੜ ਨਹੀਂ। ਤੇ ਜਿਹੜਾ ਬਣਾਇਆ ਉਹ ਸਭਨਾਂ ਦੇ ਭਲੇ ਲਈ ਬਣਾਇਆ। ਇਹ ਨਹੀਂ ਵੀ ਪਰਮਾਤਮਾ ਸਾਡੇ ਨਾਲ ਕੋਈ ਧੋਖਾ ਕਰਿਆ, ਕੋਈ ਦਗਾ ਕਰਿਆ, ਸਾਨੂੰ ਲੱਗਦਾ ਹੋਵੇਗਾ। ਲੇਕਿਨ ਅਕਾਲ ਪੁਰਖ ਵਾਹਿਗੁਰੂ ਸਾਨੂੰ ਬਹੁਤ ਪਿਆਰ ਕਰਦਾ ਹੈ, ਜਿਹਨੇ ਸਾਨੂੰ ਬਣਾਇਆ। ਸੋ ਉਹਨੇ ਜਿਹੜਾ ਕਾਨੂੰਨ ਵੀ ਤਿਆਰ ਕੀਤਾ, ਉਹ ਸਾਡੇ ਭਲੇ ਲਈ ਕੀਤਾ। ਉਹਦੇ ਵਿੱਚ ਦੁੱਖ ਵੀ ਹੈ, ਸੁੱਖ ਵੀ ਹੈ, ਖੁਸ਼ੀ ਵੀ ਹੈ, ਗਮੀ ਵੀ ਹੈ, ਸੰਜੋਗ ਵੀ ਹੈ, ਵਿਜੋਗ ਵੀ ਹੈ, ਸਭ ਕੁਝ ਚੱਲਦਾ। ਸੋ ਉਸ ਨਿਰੰਕਾਰ ਦਾ ਕੋਟਾਨ ਕੋਲ ਸ਼ੁਕਰ ਕਰੀਏ, ਧੰਨਵਾਦ ਕਰੀਏ, ਜਿਹਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਕਾਇਨਾਤ ਨੂੰ ਸਾਜਿਆ ਹੈ, ਬਣਾਇਆ ਹੈ, ਜਿਹਦੇ ਵਿੱਚ ਅਸੀਂ ਰਹਿ ਕੇ ਆਨੰਦ ਮਾਣਨਾ ਹੈ। ਸਤਿਗੁਰੂ ਅੱਗੇ ਕਹਿੰਦੇ ਨੇ ਜੀ, ਕਈ ਕੋਟ ਕੀਨੇ ਬਹੁ ਭਾਂਤ। ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਨੇ ਇਸ ਕਾਇਨਾਤ ਵਿੱਚ। ਕਰੋੜਾਂ, ਹੁਣ ਸਮਝਿਓ ਕਿ ਸਤਿਗੁਰੂ ਨੇ ਗਿਣਤੀ ਨਹੀਂ ਕੀਤੀ। ਇੱਥੇ ਗਿਣਤੀ ਤੋਂ ਬਾਹਰ ਦੀ ਗੱਲ, ਆਪਾਂ ਤਾਂ ਗਿਣਤੀਆਂ ਕਰਦੇ ਰਹੇ ਨੇ। ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ, ਸਿਮਰਨ ਕਰਨ ਲੱਗਿਆਂ ਗਿਣਤੀਆਂ ਮਿੰਤੀਆਂ ਦੇ ਚੱਕਰ 'ਚ ਨਾ ਪਿਆ ਕਰੋ।
ਗਿਣਤੀਆਂ ਮਿੰਤੀਆਂ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ। ਵਾਹਿਗੁਰੂ ਦੀ ਕੁਦਰਤ ਮਹਾਨ ਹੈ, ਬੇਅੰਤ ਹੈ। ਉਹਨੇ ਸਾਨੂੰ ਗਿਣਤੀ ਮਿੰਤੀ ਕਰਕੇ ਨਹੀਂ ਦਿੱਤਾ ਕੁਛ, ਇਸ ਲਈ ਉਹਨੂੰ ਜਪਣਾ ਤੇ ਗਿਣਤੀਆਂ ਮਿੰਤੀਆਂ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ। ਵਾਹਿਗੁਰੂ ਨੇ ਜਦੋਂ ਕਾਇਨਾਤ ਸਾਜੀ ਤੇ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ, ਫੁੱਲ ਫਲ ਪੱਤੇ ਜੀਵ ਪੈਦਾ ਕੀਤੇ। ਕਿੰਨੇ ਕਿਸਮਾਂ ਦੀਆਂ ਚਿੜੀਆਂ, ਤਿਤਲੀਆਂ ਜਾਂ ਹੋਰ ਪੰਛੀ ਨੇ, ਵੇਖ ਵੇਖ ਕੇ ਆਨੰਦ ਆਉਂਦਾ। ਆਪਾਂ ਕਈ ਵਾਰ ਵੇਖੇ ਵੀ ਨਹੀਂ ਹੁੰਦੇ ਪੂਰੇ। ਆ ਗੂਗਲ ਤੇ ਸਰਚ ਮਾਰ ਕੇ ਵੇਖੋ, ਆਪਾਂ ਹੈਰਾਨ ਹੋ ਜਾਂਦੇ ਹਾਂ ਵੀ ਇੱਦਾਂ ਦੇ ਵੀ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਨੇ, ਤੇ ਆਪਾਂ ਨਿੱਕੇ ਨਿੱਕੇ ਲੜਾਈਆਂ ਵਿੱਚ ਮਰ ਰਹੇ ਹਾਂ। ਮੈਂ ਇਸ ਕਰਕੇ ਕਹਿੰਦਾ, ਨਾ ਜ਼ਿੰਦਗੀ ਜੀਓ, ਚੱਸਵਾਰ ਨਾਲ ਜੀਓ, ਕੁਦਰਤ ਨੂੰ ਚੰਗੀ ਤਰ੍ਹਾਂ ਵੇਖ ਕੇ ਜਾਓ, ਸੰਸਾਰ ਨੂੰ ਮਾਣ ਕੇ ਜਾਓ, ਪਤਾ ਲੱਗੇ ਵੀ ਆਪਾਂ ਦੁਨੀਆ ਵਿੱਚ ਆਏ ਹਾਂ। ਸਤਿਗੁਰੂ ਅੱਗੇ ਕਹਿੰਦੇ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ। ਸਾਰੀ ਕਾਇਨਾਤ ਪਰਮਾਤਮਾ ਤੋਂ ਹੀ ਪੈਦਾ ਹੁੰਦੀ ਹੈ, ਪਰਮਾਤਮਾ ਵਿੱਚ ਹੀ ਲੀਨ ਹੋ ਜਾਂਦੀ ਹੈ। ਆਪਾਂ ਰੱਬ ਤੋਂ ਹੀ ਬਣਦੇ ਹਾਂ, ਰੱਬ 'ਚ ਹੀ ਲੀਨ ਹੋ ਜਾਂਦੇ ਹਾਂ। ਉਹ ਕਿਵੇਂ, ਕਿੱਦਾਂ ਲੀਨ ਹੁੰਦੇ ਪਰ ਆਪਾਂ? ਮਤਲਬ ਕਿ ਇਹ ਕੁਦਰਤ ਮਾਲਕ ਤੋਂ ਬਣੀ। ਜਦੋਂ ਸਾਡਾ ਸਰੀਰ ਬਣਦਾ ਤੇ ਉਹ ਇਸ ਕੁਦਰਤ ਤੋਂ ਹੀ ਬਣਦਾ। ਜਦੋਂ ਆਪਾਂ ਮਰਦੇ ਹਾਂ ਤੇ ਇਹ ਪੰਜੇ ਤੱਤ ਕੁਦਰਤ ਦੇ ਨੇ ਤੇ ਕੁਦਰਤ ਵਿੱਚ ਜਾ ਕੇ ਸਮਾ ਜਾਂਦੇ ਨੇ। ਅਸੀਂ ਧਰਤੀ ਦੀ ਜਾਇਦਾਦ ਹਾਂ, ਧਰਤੀ ਦੇ ਵਿੱਚ ਆਪਾਂ ਲੀਨ ਹੋ ਜਾਂਦੇ ਹਾਂ। ਸੋ ਉਸ ਨਿਰੰਕਾਰ ਦਾ ਧੰਨਵਾਦ ਹੈ, ਸ਼ੁਕਰ ਹੈ ਕਿ ਜਿਉਂਦਿਆਂ ਜੀ ਵੀ ਸਾਡੇ ਨਾਲ ਰਹਿੰਦਾ ਤੇ ਮਰਨ ਤੋਂ ਬਾਅਦ ਵੀ ਸਾਡੇ ਸਰੀਰ ਨੂੰ ਉਹਨੇ ਖਤਮ ਹੋਣ ਦਾ ਵਸੀਲਾ ਬਣਾਇਆ, ਖਤਮ ਹੋਣ ਦਾ ਇੱਕ ਜਰੀਆ ਬਣਾਇਆ। ਅਸੀਂ ਸਾਰੇ ਪੈਦਾ ਹੁੰਦੇ ਹਾਂ, ਮਰਨ ਤੋਂ ਬਾਅਦ ਅਸੀਂ ਸਾਰੇ ਉਹਦੇ ਵਿੱਚ ਸਮਾ ਜਾਂਦੇ ਹਾਂ। ਤਾਂ ਕਾ ਅੰਤ ਨਾ ਜਾਣੈ ਕੋਏ, ਉਸ ਪ੍ਰਮਾਤਮਾ ਦਾ ਕੋਈ ਵੀ ਬੰਦਾ ਅੰਤ ਨਹੀਂ ਪਾ ਸਕਦਾ। ਉਹ ਇੰਨਾ ਕੁ ਮਹਾਨ ਹੈ, ਬੇਅੰਤ ਹੈ ਕਿ ਕੋਈ ਦੁਨੀਆ ਦਾ ਇਨਸਾਨ ਉਹਦਾ ਅੰਤ ਨਹੀਂ ਪਾ ਸਕਦਾ। ਆਪੇ ਆਪ ਨਾਨਕ ਪ੍ਰਭ ਸੋਏ, ਕਿਉਂਕਿ ਇਹ ਨਾਨਕ ਉਹ ਪ੍ਰਮਾਤਮਾ ਆਪਣੇ ਵਰਗਾ ਆਪ ਹੀ ਹੈ, ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਬਸ ਆਹ ਗੱਲ ਪੱਲੇ ਬੰਨਿਓ, ਪਰਮਾਤਮਾ ਅਤ ਸੁੰਦਰ ਹੈ, ਕਮਾਲ ਦਾ ਹੈ, ਮਹਾਨ ਹੈ, ਵੱਡਾ ਹੈ, ਬੇਅੰਤ ਹੈ, ਅਪਹੁੰਚ ਹੈ, ਉਹਦੇ ਵਰਗਾ ਕੋਈ ਵੀ ਨਹੀਂ ਹੈ। ਆਪਣੇ ਆਪ ਦੇ ਵਿੱਚ ਉਹ ਆਪ ਹੀ ਹੈ। ਸੋ ਗੁਰੂ ਅਰਜਨ ਸਾਹਿਬ ਨੇ ਇਸ ਲਈ ਉਹਦੀ ਮਹਾਨਤਾ ਦਾ ਜ਼ਿਕਰ ਕੀਤਾ ਕਿ ਪਿਆਰਿਓ, ਅਸੀਂ ਉਹਦੇ ਪਾਵਨ ਚਰਨਾਂ ਨਾਲ ਜੁੜ ਕੇ ਰਹਿਣਾ। ਅਸੀਂ ਇਹ ਨਹੀਂ ਕਹਿਣਾ ਕਿ ਅਸੀਂ ਬਹੁਤ ਮਹਾਨ ਹਾਂ, ਬਹੁਤ ਵੱਡੇ ਹਾਂ। ਅਸੀਂ ਇਹ ਸਮਝ ਕੇ ਚੱਲਣਾ ਕਿ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਹੈ, ਬਹੁਤ ਮਹਾਨ ਹੈ, ਤੇ ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਆਓ ਪਿਆਰਿਓ, ਬੜੇ ਪਿਆਰ ਸਤਿਕਾਰ ਨਾਲ ਗੁਰਬਾਣੀ ਦੀਆਂ ਇਹਨਾਂ ਗੱਲਾਂ ਨੂੰ, ਬਾਤਾਂ ਨੂੰ ਆਪਣੇ ਜੀਵਨ ਵਿੱਚ ਢਾਲੀਏ, ਤਾਂ ਕਿ ਜਿਹੜਾ ਸਾਡਾ ਜੀਵਨ ਹੈ ਉਹ ਸੁਹੇਲਾ ਬਣ ਸਕੇ। ਇਤਨੀਆਂ ਬੇਨਤੀਆਂ ਸਵੀਕਾਰ ਕਰਿਓ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।